सतनाम श्री वाहिगुरु साहिब जी। आदि पुरख करतार करन कारण सब आपे। सर्व रहयो भरपूर सगल घट रहयो व्यापै। व्यापत देखिए जगत जाने कौन तेरी गत। सर्व की रखिया करे आपे हर पत। अवनासी अवगत आपे आप उत्पत। एक तू ही एक आन नाही तुम भत। हर अंत नाही पारावार कौन है करे विचार। जगत पिता है सर्व प्राण को आधार। जन नानक भगत दर तुल ब्रह्म संसार। एक जी क्या बखानै हाँ के बल 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 साधु बलिहार। जग और न जाए महात्म मैं अवतारे उजागर आन कियो। तिनके दुख कोटक दूर गए मथुरा जन अमृत नाम पियो। हे पद्धत ते मत चुक है रे मन भेद बभेद न जान बियो। परतक्ष हृदय गुर अर्जुन कै हर पूरन ब्रह्म निवास लियो। परतक्ष गुरु गुर अर्जुन कै हर पूरन ब्रह्म निवास लियो। वाहिगुरु जी का खालसा वाहिगुरु जी की फतेह। जुगो जुग अटल पतत पावन करना निधान। अंतरजामी भगत वत्सल दीना बंधु। लोक परलोक दे रक्षक किरपा दे खजाने। गुरता गद्दी ते सुभाईमान धन धन आदि श्री गुरु ग्रंथ साहिब महाराज जी दी अपार किरपा बख्शिश रहमत दा सदका अमृत वेले दे पावन अते पवित्र दीवाना दियां हाजरियां भरन वास्ते हर रोज़ की तरह बेअंत सिख संगतां साहिब श्री गुरु ग्रंथ साहब महाराज के चरनां च पहुँच करके जिथे गुरदेव जी ने कलयुगी जीवां दा पार उतारा करन हित हर रोज़ की तरह सुंदर तख्तां ते प्रकाशमान हो करके खुले दर्शन ददारे बख्शे। उत्थे ओ गुरमुख प्यारे प्राणी प्रेमी जन कुरबानी तिना गुर सिखां जो पिछल राती उठ बहंदे। कुरबानी तिना गुर सिखां अमृत वेलै सर नावंदे। झाला घे उठ नाम जप निसवासर आराध। कारा तुझह ना व्यापई नानक मिटै उपाद। अमृत वेले जो पावन पवित्र श्री मुखवाक हुक्मनामा गुरु ग्रंथ साहब महाराज जी ने कृपा करके सारियां सिख संगतां सेवा सिमरन अकाल पुरख परमात्मा परमेश्वर दे चरनां दे नाल प्यार रखण वालियां रूहां जिन्हां दा दृढ़ नाचा है
ਕਿ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਮੁਬਾਰਕ ਰਸਨਾ ਹੈ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ। ਰਾਗ ਧਨਾਸਰੀ ਦੇ ਅੰਦਰ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 665 ਤੇ 66 ਤੇ ਇਹ ਪਾਵਨ ਪਵਿੱਤਰ ਗੁਰ ਸ਼ਬਦ ਸੁਭਾਏਮਾਨ ਹੋ ਰਿਹਾ ਹੈ। ਇਸ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੇ ਵਿੱਚ ਜੋ ਰੱਬੀ ਉਪਦੇਸ਼ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ ਗੁਰਮੁਖ ਹੋਏ, ਸੋ ਭਉ ਕਰੇ ਆਪਣਾ ਆਪ ਪਛਾਨੈ। ਜਿੱਥੇ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੰਜਾਂ ਬਾਣੀਆਂ ਦੇ ਵਿੱਚ ਜੋ ਅੰਮ੍ਰਿਤ ਵੇਲੇ ਦੀ ਬਾਣੀ ਆਨੰਦ ਸਾਹਿਬ ਹੈ, ਉਸ ਬਾਣੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਮੁਖੋਏ ਬਖਸ਼ਿਸ਼ ਕੀਤੀ ਵੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਬਾਣੀ ਬੋਲਣ ਨੂੰ ਕਹਿੰਦੇ ਹਨ ਜੋ ਕੋਈ ਵੀ ਮਨੁੱਖ ਬੋਲਦਾ ਹੈ, ਪਰ ਜਿਹੜੇ ਬਚਨ ਗੁਰੂ ਸਾਹਿਬਾਂ ਦੀ ਮੁਬਾਰਕ ਰਸਨਾ ਤੋਂ ਉਚਾਰੇ ਗਏ ਉਹ ਗੁਰਬਾਣੀ ਹੈ। ਜਿਹੜੇ ਬੋਲ ਪ੍ਰਮਾਤਮਾ ਦੀ ਭਗਤੀ ਬੰਦਗੀ ਪ੍ਰੇਮ ਸ਼ਰਧਾ ਤੇ ਪਿਆਰ ਦੇ ਨਾਲ ਨਾਮ 'ਚ ਰੰਗ ਹੋ ਕਰਕੇ ਜਿਨ੍ਹਾਂ ਨੇ ਬੋਲੇ, ਉਹ ਭਗਤਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਗੁਰਸਿੱਖਾਂ ਦੀ ਬਾਣੀ ਹੈ। ਇਸ ਪਾਵਨ ਪਵਿੱਤਰ ਸ਼ਬਦ 'ਚ ਆਨੰਦ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਬਈ ਜਿਸ ਸ਼ਬਦ ਦੇ ਵਿੱਚ, ਜਿਸ ਬੋਲ ਦੇ ਵਿੱਚ, ਜਿਸ ਬਾਣੀ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੀ ਯਾਦ ਨਹੀਂ, ਪਰਮਾਤਮਾ ਦੀ ਸਿਫਤ ਸਲਾਹ ਵਡਿਆਈ ਨਹੀਂ, ਪਰਮਾਤਮਾ ਦੀ ਉਪਮਾ ਨਹੀਂ ਹੈ, ਉਹ ਕੱਚੀ ਬਾਣੀ ਹੈ। ਇਸ ਪਾਵਨ ਪਵਿੱਤਰ ਸ਼ਬਦ 'ਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਮੁਖੋ ਕਿਰਪਾ ਕੀਤੀ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਆਗਿਆ ਅਨੁਸਾਰ, ਹੁਕਮ ਦੇ ਅਨੁਸਾਰ ਗੋਇੰਦਵਾਲ ਸਾਹਿਬ ਨੂੰ ਅਸਾਰਿਆ ਗਿਆ, ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਜਦੋਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ 'ਤੇ ਸੁਭਾਏਮਾਨ ਹੋ ਗਏ, ਬੇਅੰਤ ਸਿੱਖ ਸੰਗਤਾਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਪਹੁੰਚਦੀਆਂ। ਕਨਹਰ ਬੂੰਦ ਬਸਹੋ ਰੋਮਾਵਲ, ਕੁਸਮ ਬਸੰਤ ਗਣੰਤ ਨ ਆਵੈ, ਰਾਵ ਸਹਿਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, रुद्र ध्यान ज्ञान सतगुर के, काव जन भलह उन्हैं जो गावै, भले अमरदास गुण तेरे, तेरी उपमा तोहे बन आवै। विरध अवस्था दे विच इन्नी शरधा ते प्रेम ते भावना दे नाल गुरु अंगद देव महाराज दे चरनां च सेवा सिमरन कीता ਤੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਹੀ ਗੁਰਮੁਖ ਪਿਆਰਿਓ ਸਰੂਪ ਹੋ ਗਏ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਜਦੋਂ ਬੇਅੰਤ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਜੀ, ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਦੇਖਿਆ ਜਾਂਦਾ ਕੇਵਲ ਤੇ ਕੇਵਲ ਪੈਸਾ ਕਮਾਉਣ ਵਾਸਤੇ, ਪੈਸਾ ਹਥਿਆਉਣ ਵਾਸਤੇ, ਪੈਸੇ ਦੀ ਪ੍ਰਾਪਤੀ ਕਰਨ ਵਾਸਤੇ ਇਹ ਸੰਸਾਰੀ ਜੀਵ ਪਰਮਾਤਮਾ ਤੱਕ ਕਸਮਾਂ ਖਾ ਲੈਂਦੇ ਹੈ। ਨੇੜੇ ਤੋਂ ਨੇੜੇ ਰਿਸ਼ਤੇਦਾਰ, ਦੋਸਤ ਮਿੱਤਰ, ਭਰਾਵਾਂ ਤੱਕ, ਮਾਤਾ ਪਿਤਾ ਤੱਕ ਨਹੀਂ ਛੱਡਦੇ। ਕੇਵਲ ਤੇ ਕੇਵਲ ਮਾਇਆ ਦੀ ਪ੍ਰਾਪਤੀ ਵਾਸਤੇ ਆਪ ਬਖਸ਼ਿਸ਼ ਕਰੋ, ਕਿਰਪਾ ਕਰੋ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਰਹਿਮਤਾਂ ਦੇ ਘਰ ਆ ਕਰਕੇ ਇਹ ਪਾਵਨ ਪਵਿੱਤਰ
ਗੁਰ ਸ਼ਬਦ ਜੋ ਅੱਜ ਹੁਕਮਨਾਮੇ ਦੇ ਰੂਪ 'ਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਡੇ ਸਾਰਿਆਂ ਤੇ ਗੁਰਮੁਖ ਪਿਆਰਿਓ ਬਖਸ਼ਿਸ਼ ਕੀਤੀ। ਰਹਾਉ ਦੀ ਪੰਕਤੀ 'ਚ ਜੋ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੈ, ਗਰੀਬ ਨਵਾਜ ਜੀ ਬਖਸ਼ਿਸ਼ ਕਰਦੇ ਕਿ ਭਾਈ ਜੋ ਗੁਰੂ ਨਾਨਕ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸੇਵਾ ਸਿਮਰਨ ਸਤਿਨਾਮ ਵਾਹਿਗੁਰੂ ਦਾ ਜਾਪ ਤੇ ਬਾਣੀ ਪੜ੍ਹਦਾ ਹੈ, ਸਤਿਗੁਰਾਂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਦਾ, ਆਪਣੀ ਮੱਤ ਛੱਡ ਦਿੰਦਾ, ਗੁਰੂ ਦੀ ਮੱਤ ਜੋ ਹੈ ਉਹ ਧਾਰਨ ਕਰ ਲੈਂਦਾ, ਉਹ ਸੱਚਾ ਧਨ ਹੈ, ਜੋ ਨਾਮ ਦਾ ਧਨ ਹੈ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਹੁਣ ਆਵੈ ਜਾਏ। ਜੋ ਤੁਸੀਂ ਆਖਦੇ ਹੋ ਵੇ ਮਾਇਆ ਦੀ ਖਾਤਰ ਝੂਠ ਬੋਲਣਾ, ਹੇਰਾ ਫੇਰੀ ਕਰਨੀ, ਧਰਮ ਦੇ ਨਾਂ 'ਤੇ ਪਰਮਾਤਮਾ ਦਾ ਨਾਂ ਲੈ ਕੇ ਝੂਠੀਆਂ ਕਸਮਾਂ ਖਾ ਲੈਣੀਆਂ ਤੇ ਧੋਖਾ ਕਰਕੇ ਜੋ ਵੀ ਇਹ ਜੀਵ ਪੈਸਾ ਕਮਾਉਂਦਾ ਹੈ ਉਹ ਕੱਚਾ ਧਨ ਹੈ, ਉਹ ਜ਼ਹਿਰ ਰੂਪ ਬਣ ਕੇ ਇਸ ਜੀਵ ਦੀ ਆਤਮਕ ਮੌਤ ਕਰ ਦਿੰਦਾ ਹੈ। ਇਸ ਜੀਵ ਨੂੰ ਉਸ ਮਾਇਆ ਕਰਕੇ, ਕੱਚੇ ਧਨ ਕਰਕੇ, ਜ਼ਹਿਰ ਦੇ ਧਨ ਕਰਕੇ ਹੀ ਇਹ 84 ਲੱਖ ਜੂਨਾਂ ਦਾ ਇਸ ਨੂੰ ਚੱਕਰ ਕੱਢਣਾ ਪੈਂਦਾ। ਇਹ ਤਾਂ ਹੀ ਜਨਮਾਂ ਜਨਮਾਂਤਰਾਂ ਤੋਂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਲ ਵਿਛੜਿਆ ਹੋਇਆ ਹੈ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ। ਧਨਾਸਰੀ ਮਹੱਲਾ ਤੀਜਾ। ਕਾਚਾ ਤਨ ਸੰਚਹਿ ਮੂਰਖ ਗਾਵਾਰ। ਸੰਚਹਿ ਕਹਿੰਦੇ ਹਨ ਇਕੱਤਰ ਕਰਨੇ ਨੂੰ। ਆਪਾਂ ਸਾਰਿਆਂ ਨੂੰ ਪਤਾ ਵੀ ਜੋ ਅਸੀਂ ਪੈਸੇ ਧਨ ਕਮਾਉਂਦੇ ਹਾਂ ਉਹ ਕੇਵਲ ਰੁਜ਼ਗਾਰ ਵਾਸਤੇ ਹੀ ਨਹੀਂ, ਰੋਟੀ ਪਾਣੀ ਪ੍ਰਸ਼ਾਦੇ ਵਾਸਤੇ ਤੇ ਲੰਗਰ ਤੇ ਵਸਤਰਾਂ ਵਾਸਤੇ ਹੀ ਨਹੀਂ। ਜ਼ਿਆਦਾਤਰ ਮਨੁੱਖ ਦੀ ਭੁੱਖ ਇੰਨੀ ਕੁ ਵਧੀ ਹੋਈ ਹੈ ਵੀ ਮੈਂ ਵੱਧ ਤੋਂ ਵੱਧ ਜਿੰਨੇ ਜਮ੍ਹਾਂ ਕਰ ਲਵਾਂ, ਮੈਂ ਖਜ਼ਾਨੇ ਭਰ ਲਵਾਂ, ਬਹੁਤ ਅਣਗਿਣਤ ਪੂੰਜੀ ਮੇਰੇ ਪਾਸ ਹੋਵੇ। ਇਸ ਕਰਕੇ ਨਹੀਂ ਕਮਾਇਆ ਜਾਂਦਾ। ਇਹ ਤਾਂ ਬਿਰਲੀਆਂ ਰੂਹਾਂ ਜੋ ਅਰਦਾਸ ਬੇਨਤੀ ਹੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ 'ਚ ਇਹ ਕਰਦੀਆਂ, ਗਰੀਬ ਨਵਾਜ ਜੀ, ਇਹ ਆਪ ਨੇ ਹੀ ਰਚੀ ਤੇ ਬਣਾਈ ਹੋਈ ਕੁਦਰਤ ਮਾਇਆ ਹੈ, ਪਰ ਇਸ ਦੇ ਜ਼ਹਿਰੀਲੇ ਡੰਗ ਤੋਂ ਮੈਨੂੰ ਬਚਾ ਕਰਕੇ ਰੱਖੀ। ਇਹ ਮਾਇਆ ਐਸੀ ਮੋਹਨੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਇਹ ਮਾਇਆ ਐਸੀ ਹੈ ਕਿ ਜੀਵ ਨੂੰ ਪਤਾ ਹੀ ਨਹੀਂ ਲੱਗਣ ਦਿੰਦੀ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਕਿ ਸਾਧੋ ਇਹੋ ਜਗ ਭਰਮ ਭਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬੇਕਾਨਾ। ਜਿਸ ਤਰ੍ਹਾਂ ਕਿਸੇ ਰਾਜਨੀਤਿਕ ਲੀਡਰ ਨੂੰ ਦੂਸਰੀ ਪਾਰਟੀ ਖਰੀਦ ਲਵੇ, ਗੁਪਤ ਤੌਰ 'ਤੇ ਉਸ ਨੂੰ ਧਨ ਦੌਲਤ ਦੇ ਕੇ, ਪਦਵੀ ਅਹੁਦੇ ਦਾ ਲਾਲਚ ਦੇ ਕੇ, ਤੇ ਆਮ ਜਨਤਾ ਨੂੰ ਪਤਾ ਨਹੀਂ ਲੱਗਦਾ ਵੇ ਕੀ ਹੋਇਆ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਵੇ ਨਾਮ ਤੋਂ ਹੀਣਾ ਜੋ ਪੁਰਸ਼ ਹੈ, ਪਰਮਾਤਮਾ ਦੀ ਬੰਦਗੀ ਤੇ ਭਗਤੀ ਕਰਨ ਤੋਂ ਬਗੈਰ ਜੋ ਮਨੁੱਖ ਹੈ, ਜੋ ਸੱਚਾ ਧਨ ਸਤਿਨਾਮ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਉਹ ਮੰਨੇ ਜਾਂ ਨਾ ਮੰਨੇ, ਉਹ ਮਾਇਆ ਦੇ ਹੱਥੋਂ ਵਿਕ ਚੁੱਕਾ ਹੈ। ਉਹ ਜੋ ਕੁਝ ਵੀ ਕਰਦਾ ਉਹ ਮਾਇਆ ਦੇ ਵਾਸਤੇ ਤੇ ਮਾਇਆ ਦੇ ਅਨੁਸਾਰ ਹੀ ਕਰਦਾ, ਕਿਉਂਕਿ ਮਾਇਆ ਮਮਤਾ ਮੋਹਨੀ, ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਕਿਉਂਕਿ ਸੱਚਾਈ ਤਾਂ ਇਹ ਹੈ ਨਾ ਕਿ ਪੂਰਾ ਥਾਟ ਬਣਾਇਆ ਪੂਰਾ ਵੇਖੋ ਏਕ ਸਮਾਨਾ,
इस पर पंच मैं साचे नाम की वड्याई, मत को धरव गमाना। सतगुर की जिसनों मत आवै, सो सतगुर माहे समाना। यह बाणी जो जी हो जाणै, तिस अंतर रवै हर नामा। बाणी नूं जो मन करके विचारदा, शरधा ते भावना दे नाल जो पढ़दा है, गुरबाणी दे अर्थ नूं बहुत प्रेम प्यार ते अपने जीवन दे बदलाव वास्ते, अपने जीवन च कमाउण वास्ते जो गुरबाणी दा ओट आसरा लैंदा, ਉਹਦੇ ਵਾਸਤੇ ਸਭ ਕੁਝ ਹੀ ਅੰਮ੍ਰਿਤ ਬਣ ਜਾਂਦਾ, ਸਭ ਕੁਝ ਹੀ ਸੱਚਾ ਧਨ ਬਣ ਜਾਂਦਾ। ਕਿਉਂਕਿ ਜਦੋਂ ਉਹ ਦਸਾਂ ਨੋਹਾਂ ਦੀ ਕਿਰਤ ਵੀ ਕਰਦਾ ਅਤੇ ਪਰਮਾਤਮਾ ਦੀ ਯਾਦ ਦੇ ਵਿੱਚ ਜੁੜਿਆ ਰਹਿੰਦਾ, ਅਤੇ ਜੇ ਮਾਇਆ ਰਾਜਾ ਜਨਕ ਵਾਂਗੂ ਸਭ ਕੁਝ ਰਾਜ ਭਾਗ ਪ੍ਰਾਪਤ ਵੀ ਹੋ ਜਾਵੇ, ਫਿਰ ਵੀ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਜਿਸ ਤਰ੍ਹਾਂ ਮੁਰਗਾਬੀ ਜਾਂ ਕਮਲ ਫੁੱਲ, ਜਿਸ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਬੇਅੰਤ ਬਚਨਾਂ ਦੇ ਵਿੱਚ ਦਿੱਤਾ ਵੀ ਜੇ ਇਹ ਜੀਵ ਤੈਨੂੰ ਸਮਝ ਨਹੀਂ ਆਉਂਦੀ ਤੇ ਛੱਪੜਾਂ ਦੇ ਕਿਨਾਰੇ 'ਤੇ ਜਾ ਕੇ ਦੇਖ, ਉੱਥੇ ਤੈਨੂੰ ਕਮਲ ਫੁੱਲ ਚਿੱਕੜ 'ਚ ਦਿਖੇਗਾ, ਮੁਰਗਾਬੀਆਂ ਦਿਖਣਗੀਆਂ। ਜਿੰਨਾ ਮਰਜ਼ੀ ਡੂੰਘਾ ਪਾਣੀ ਹੈ, ਉਹ ਬੜੇ ਆਰਾਮ ਦੇ ਨਾਲ ਉਸ ਪਾਣੀ ਦੇ ਉੱਤੇ ਤਰ ਰਹੀਆਂ। ਇਹ ਪੂਰਾ ਜੋ ਸੰਸਾਰ ਸਮੁੰਦਰ ਹੈ, ਇਹ ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜਹੋ ਜੀ ਜਾਨੀ ਰੇ। ਭਗਤ ਕਬੀਰ ਜੀ। ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉ ਕਮਲ ਰਹੇ ਵਿੱਚ ਪਾਣੀ ਹੈ। ਕਹਿੰਦੇ ਮਨੁੱਖ ਸਰੀਰ ਤੈਨੂੰ ਮਿਲਿਆ, ਤੂੰ ਮੁਰਗਾਬੀ ਤੇ ਕਮਲ ਫੁੱਲ ਵਾਂਗੂ ਵੀ ਜੀਵਨ ਸਫਲ ਕਰ ਸਕਦਾ, ਤੇ ਡੱਡੂ ਮੱਛੀਆਂ ਤੇ ਸੱਪਾਂ ਕੀੜੇ ਮਕੌੜੇ ਪਾਣੀ ਦੇ ਜੀਵਾਂ ਦੇ ਵਾਂਗੂ ਵੀ ਜਿਹੜੇ ਪਾਣੀ ਦੀ ਡੰਗਾਈ 'ਚ ਗਾਰੇ 'ਚ ਹੀ ਫਸੇ ਰਹਿੰਦੇ ਇਹ ਜੀਵ, ਉਹ ਉੱਪਰ ਵੀ ਨਹੀਂ ਆਉਂਦੇ, ਐਸਾ ਵੀ ਜੀਵਨ ਤੂੰ ਬਰਬਾਦ ਕਰ ਸਕਦਾ। ਇਹ ਤੇਰੀ ਮਰਜ਼ੀ ਹੈ, ਤੇਰੀ ਰਜ਼ਾ ਹੈ, ਇਹ ਤੇਰੀ ਸੋਚ ਵਿਚਾਰ ਹੈ। ਪਰ ਜੇ ਤੂੰ ਪੂਰੇ ਗੁਰੂ ਤੇ ਸੱਚੇ ਗੁਰੂ ਦੇ ਚਰਨਾਂ 'ਚ ਪਹੁੰਚ ਜਾਊਂਗਾ, ਫਿਰ ਜੋ ਬਿਲਕੁਲ ਸਪਸ਼ਟ ਪਿਕਚਰ ਹੈ, ਨਕਸ਼ਾ ਹੈ, ਉਹ ਤੇਰੇ ਸਾਹਮਣੇ ਰੱਖ ਦਿੱਤਾ ਜਾਵੇਗਾ। ਫਿਰ ਤੂੰ ਕਿਹੜਾ ਰਸਤਾ ਚੁਣਨਾ, ਉਹ ਤੇਰੇ ਹੱਥ ਵੱਸ ਦੇ ਵਿੱਚ ਹੋਵੇਗਾ। ਪਰ ਤੈਨੂੰ ਗੁਰੂ ਗਿਆਨ ਪੂਰਾ ਦੇਵੇਗਾ। ਇਹ ਸੰਸਾਰ ਤੇ ਜੂਨਾਂ ਦਾ ਰਸਤਾ ਹੈ, ਅਤੇ ਇਹ ਰਸਤਾ ਜੋ ਨਿਰੰਕਾਰ ਦੇ ਨਾਲ ਤੈਨੂੰ ਮਿਲਾ ਦੇਵੇਗਾ। ਖਾਹਿਸ਼ ਤੇਰੀ ਹੋਵੇਗੀ, ਇੱਛਾ ਤੇਰੀ ਹੋਵੇਗੀ। ਹੁਣ ਜੇ ਆਪਾਂ ਸਮਝੀਏ ਵੀ ਮੂਰਖ ਦੇ ਅਰਥ ਕੀ ਹੈ, ਮੂਰਖ ਕਿਸ ਨੂੰ ਆਖਦੇ ਹਨ, ਕਿਉਂਕਿ ਹੁਣ ਜਿਸ ਨੇ ਸਭ ਕੁਝ ਆਪਣੇ ਆਪ ਨੂੰ ਹੀ ਸਮਝ ਲਿਆ ਵੀ ਜੋ ਕੁਝ ਮੈਂ ਆਪਣੀ ਮਰਜ਼ੀ ਦੇ ਨਾਲ ਕਰਦਾ, ਕੋਈ ਲੇਖਾ ਨਹੀਂ, ਕੋਈ ਜੋਖਾ ਨਹੀਂ, ਕੋਈ ਨਰਕ ਨਹੀਂ, ਕੋਈ ਸਵਰਗ ਨਹੀਂ, ਕੋਈ ਪਰਮਾਤਮਾ ਨਹੀਂ, ਕੋਈ ਜਮਗਨ ਨਹੀਂ, ਕੋਈ ਧਰਮ ਰਾਜਾ ਨਹੀਂ, ਕੋਈ ਲੇਖਾ ਨਹੀਂ, ਕੋਈ ਚਿੱਤਰ ਨਹੀਂ, ਕੋਈ ਗੁਪਤ ਨਹੀਂ, ਕੁਝ ਵੀ ਨਹੀਂ ਹੈ। ਮੂਰਖ ਦੀ ਵੱਡੀ ਨਿਸ਼ਾਨੀ ਉਸ ਨੇ ਨਾ ਤਾਂ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਹੁੰਦਾ, ਨਾ ਹੀ ਉਸਤਾਦਾਂ ਦੀ ਮਾਰ ਖਾਧੀ ਕੁਝ ਸਿੱਖਣ ਵਾਸਤੇ ਕਿਸੇ ਦੇ ਕੋਲ ਉਸਨੇ ਕੁਝ ਸਮਾਂ ਲਾਇਆ ਹੁੰਦਾ, ਅਤੇ ਨਾ ਹੀ ਉਹ ਜ਼ੋਰ ਦਿੰਦਾ ਜੀਵਨ ਨੂੰ ਸਮਝਣ ਵਾਸਤੇ, ਸੰਸਾਰ ਨੂੰ ਸਮਝਣ ਵਾਸਤੇ ਵੀ ਪੂਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ ਕੌਣ ਹੈ। ਇੱਧਰ ਤਵੱਜੋ ਨਹੀਂ ਦਿੰਦਾ, ਧਿਆਨ ਹੀ ਨਹੀਂ ਦਿੰਦਾ। ਅਤੇ ਜੇ ਉਸ ਨੂੰ ਬੜੇ ਆਰਾਮ ਦੇ ਨਾਲ ਕੋਈ ਪੁੱਛਦਾ ਵੀ ਵਰਖੋਰਦਾਰ ਤੂੰ ਦੱਸ ਵੀ ਜਨਮ ਤੋਂ ਪਹਿਲਾਂ ਤੂੰ ਕਿੱਥੇ ਸੀ ਅਤੇ ਮੌਤ ਤੋਂ ਬਾਅਦ ਤੂੰ ਕਿੱਥੇ ਨੂੰ ਜਾਣਾ, ਅਤੇ ਫਿਰ ਉਹ ਸੋਚੀ ਪੈ ਜਾਵੇਗਾ ਵੀ ਨਹੀਂ ਪਤਾ। ਪਰ ਜੋ ਸੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਪ੍ਰਤੱਖ ਜੀਵ ਨੂੰ ਇਹ ਦਰਸਾ ਰਹੇ ਆ ਵੀ ਤੂੰ ਜਨਮ ਤੋਂ ਪਹਿਲਾਂ ਕਿੱਥੇ ਸੀ। ਕਿਰਤ ਕਰਮ ਕੇ ਵਿਛੜੇ
कर कृपा मेलो राम। बहुत जन्म बिछरे थे माधो, कई जन्म पे कीट पतंगा, कई जन्म गज मीन करंगा। दस्या ना कि जन्म जन्म की इस मन को मल लागी, काला हुआ स्याहो तू सुन किरत करम्मा पुरब कमाया। गुरु नानक महाराज के बचन। कहण तो भाव गुरमुख प्यारिओ, जिन्हां ने सोझी प्राप्त करनी, जीवन सफल करना, कच्चा ते सच्चे धन की पहचान ते निर्णा प्राप्त करना, उसनूं तां सतगुरां दे चरनां च आउणा ही पवेगा, उसनूं सतसंगत करनी ही पवेगी। शरधा प्रेम भावना दे नाल गुरबाणी नूं पढ़ना सुनना ते विचारना पवेगा, फिर गल समझ च आ जाएगी। जदों धन श्री गुरु अमरदास महाराज सतगुर सच्चे पातशाह दे चरनां च सिख संगतां ने बेनती की, सारियां ने हाँ च हाँ मिला दी कि गरीब नवाज जी, ये साडे मन दे विच भी शंका है, आप जी कृपा करो। धनासरी महला तीजा। काचा तन संच है मूर्ख गावार। पागल कह लो, कमला कह लो, बेसमझ कह लो, अगियानी कह लो, अपने मन नूं ही अगे रखण वाला, मन दी ही सुनने वाला, उसनूं ये गल आखदी है ये मूर्ख है, ये गावार है। माया धारी अत अन्ना बोला, शब्द न सुनहि बो रोल कचोला। माया कारण धाव ही मूर्ख लोग अजान। कहंदे धन की प्राप्ति हुंदी होवे, थोड़े समय दे विच बहुत ज़्यादा कोई ढंग तरीका जुगती ऐसी मिल जाए भी बहुत थोड़े जे दिनां दे विच मैं लखापति बन सकदा, इहदी नींद उड़ जाती है। माया का नशा इस तरह चढ़ जाता ते ये बगैर समय तो वो जो ढंग तरीका है उसनूं अपना लैंदा। ते जो कोई देव नेत कोई गुरमुख मिल जाए, कोई रब्बी बाणी दी विचार इहदे कन्नां च पै जाए, किसी कारण करके इनू सत संगत दे विच बैठना पै जाए, जदों कन्नां दे विच आवाज़ पवे सच्चे धन दी, नाम दे धन दी कि हे जीव तू सच्चा धन नाम दा वणज करन वास्ते संसार ते आया। इस करके सुन मन मित्र प्यारिया, मिल वेला है यह, जब लग जोवन सास है, तब लग यह तन देह। वणज करहो बनजार हो, बखर लिहो संभाल, सच व्यापार करहो व्यापारी, दरगह निभ है खेप तुम्हारी। गुरु ग्रंथ साहब महाराज दे अंदर उन्हां दी बाणी शशोभत है, जिन्हां ने नाम का धन खटिया, जिन्हां ने नाम का धन कमाया, ना समाज की मन्नी, ना परिवार की मन्नी, ना अपने मन की मन्नी, सच्चे गुरु के हुक्म नूं उन्हां ने स्वीकार किया। उन्हां ने अपना ही जन्म सफल नहीं किया, अणगिणत जीवां का उद्धार किया। अनेकां दियां जो झोलियां वो सुखां दे दाते परमात्मा की याद नाल भरीआं। गुरु अमरदास महाराज जी बख्शिश करते कहते, प्रेमियों पहला तां इस गल नूं समझो मनो भी ये मूर्खां दा काम है, झूठ हेरा फेरी धोखा दगा करके माया नूं एकत्र करना। किन्ने किन्ने गंज ते किन्ने किन्ने धन दौलतां दे बड़े बड़े जिन्हां ने अपने जीवन च अंबार लाए, देशां नूं लुट लुट के धन एकत्र किया, पर अंदरों ये बेचैन हन। वो कदी भी शांति का जीवन जां शांति दे नाल बैठ नहीं सकते, वो आराम नहीं कर सकते। उन्हां दी विरती चंचल ही रहेगी, टका नहीं मिलेगा। इसे भज दौड़ दे अंदर उन्हां दी मौत हो जाएगी। इसे तरह फिर टेढ़ियां मेढ़ियां सप्पां इत आदक दियां जूनां उन्हां नूं प्राप्त होणगियां। ये गुरबाणी का फैसला है।
ਵੇ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੋ ਮਰੈ, ਸਰਪ ਜੋਨ ਵੱਲ ਵੱਲ ਔਤਰੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹਨ। ਕਾਚਾ ਤਨ ਸੰਚਹਿ ਮੂਰਖ ਗਵਾਰ, ਕਹਿੰਦੇ ਹੇਰਾ ਫੇਰੀ, ਧੋਖਾ ਕਰਕੇ, ਝੂਠ ਬੋਲ ਕੇ, ਝੂਠੀਆਂ ਕਸਮਾਂ ਖਾ ਕੇ ਜੋ ਧਨ ਕਮਾਰੇ ਉਹ ਮੂਰਖ ਹੈ। ਪਿਛਲੇ ਸਮੇਂ 'ਚ ਜਿਨ੍ਹਾਂ ਨੇ ਕਮਾਇਆ ਉਹ ਮੂਰਖ ਨਾਂ ਦੇ ਨਾਲ ਜਾਣੇ ਜਾਂਦੇ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਇਸ ਤਰ੍ਹਾਂ ਧਨ ਨੂੰ ਕਮਾਉਣਗੇ ਉਹ ਧਨ ਜ਼ਹਿਰ ਦਾ ਰੂਪ ਧਾਰ ਲੈਂਦਾ, ਉਹ ਤਾਂ ਮੂਰਖਾਂ ਦਾ ਕੰਮ ਹੈ। ਮਨਮੁਖ ਭੁੱਲੇ ਅੰਧ ਗਾਵਾਰ, ਅੰਧੇ ਅਕਲੀ ਵਾਹਾਰੇ, ਕਹਿੰਦੇ ਜਿਹੜੇ ਆਪਣੀ ਬੁੱਧੀ ਤੋਂ ਕੰਮ ਨਾ ਲੈਣ, ਧਾਰਮਿਕ ਗ੍ਰੰਥਾਂ ਦਾ ਪਾਠ ਪੂਜਾ ਵਿਆਖਿਆ ਸਰਵਣ ਕਰਕੇ ਮੰਨਣ ਨਾ, ਪਰਮਾਤਮਾ ਪਰਮੇਸ਼ਰ ਦੀ ਹੋਂਦ ਅਤੇ ਡਰ ਭੈ ਕਦੇ ਵੀ ਆਪਣੇ ਜੀਵਨ 'ਚ ਨਾ ਰੱਖਣ। ਉਹ ਕਹਿੰਦੇ ਭਾਵੇਂ ਉਹਨਾਂ ਦੇ ਅੱਖਾਂ ਦੇ ਨਾਲ ਸਭ ਕੁਝ ਦਿਖ ਰਿਹਾ, ਪਰ ਪਰਮਾਤਮਾ ਦੀ ਨਿਗਾਹ ਦੇ ਵਿੱਚ ਉਹ ਅੰਨੇ ਹਨ। ਅੰਧਾ ਜਗਤ ਅੰਧ ਵਰਤਾਰਾ, ਬਾਝ ਗੁਰੂ ਡੂਬਾ ਸੰਸਾਰਾ। ਜਿਹੜੇ ਕੇਵਲ ਤੇ ਕੇਵਲ ਆਪਣੇ ਮਨ ਦੀ ਸੁਣਦੇ ਆ, ਕਿਸੇ ਦੀ ਨਹੀਂ ਸੁਣਦੇ। ਮਨ ਨੂੰ ਜਿਨ੍ਹਾਂ ਨੇ ਆਪਣੇ ਮੁੱਖ ਰੱਖਿਆ, ਸਾਹਮਣੇ ਰੱਖਿਆ, ਜੋ ਮਰਜ਼ੀ ਕੋਈ ਸਲਾਹਾਂ ਦੇਈ ਜਾਵੇ, ਸਿੱਖਿਆ ਦੇਈ ਜਾਵੇ, ਉਹਨੇ ਆਪਣੇ ਮਨ ਦੀ ਹੀ ਕਰਨੀ ਆ। ਗਰੀਬ ਨਵਾਜ਼ ਜੀ ਕਹਿੰਦੇ ਅੱਖਾਂ ਹੁੰਦਿਆਂ ਹੋਇਆਂ ਵੀ ਉਹ ਅੰਨੇ ਹਨ ਤੇ ਮੂਰਖ ਗਾਵਾਰ ਹਨ। ਫਿਰ ਉਸੇ ਧਨ ਦੀ ਗੱਲ ਕਰਦੇ, ਕੱਚੇ ਧਨ ਦੀ। ਕਹਿੰਦੇ ਵਿਖਿਆ ਕੈ ਧਨ ਸਦਾ ਦੁੱਖ ਹੋਏ। ਕਹਿੰਦੇ ਜੋ ਝੂਠ ਹੇਰਾ ਫੇਰੀ ਕਰਕੇ ਜੋ ਧਨ ਕਮਾਇਆ ਉਹ ਤਾਂ ਕਹਿੰਦੇ ਜ਼ਹਿਰ ਦਾ ਰੂਪ ਧਾਰ ਲੈਂਦਾ, ਉਹ ਤਾਂ ਜ਼ਹਿਰ ਹੈ। ਮਾਇਆ ਰੂਪੀ ਇਸਤਰੀ ਬਾਰੇ ਨਾ ਬਚਨ ਆਉਂਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ। ਗੁਰਦੇਵ ਜੀ ਕਿਰਪਾ ਕਰਦੇ ਵੀ ਖਸਮ ਮਰੈ ਤੋ ਨਾਰ ਨਾ ਰੋਵੈ। ਜਦੋਂ ਇਹ ਬਚਨ ਸੰਸਾਰੀ ਜੀਵ ਸੁਣਦਾ ਹੈਰਾਨ ਹੋ ਜਾਂਦਾ ਵੀ ਐਸੀ ਕਿਹੜੀ ਇਸਤਰੀ ਹੈ ਵੀ ਜਿਹਦਾ ਪਤੀ ਚੜ੍ਹਾਈ ਨਹੀਂ ਕਰਦਾ, ਹਮੇਸ਼ਾ ਹੀ ਉਹ ਸੁਹਾਗਣ ਰਹਿੰਦੀ ਹੈ। ਖਸਮ ਮਰੈ ਤੋ ਨਾਰ ਨਾ ਰੋਵੈ। ਮਹਾਰਾਜ ਜੀ ਇਹ ਕਿਵੇਂ, ਐਸੀ ਕਿਹੜੀ ਇਸਤਰੀ ਹੈ? ਕਹਿੰਦੇ ਉਸ ਰਖਵਾਰੋ ਔਰੋ ਹੋਵੈ। ਕਹਿੰਦੇ ਉਹਦਾ ਮਾਲਕ ਪਹਿਲਾਂ ਹੀ ਬਣਨ ਨੂੰ ਤਿਆਰ ਹੁੰਦਾ, ਨੋਮੀਨੇਸ਼ਨ ਨਾਮ ਲਿਖਿਆ ਆ ਹੁੰਦਾ, ਇਹ ਤੋਂ ਬਾਅਦ ਮਾਲਕ ਫਲਾਨਾ ਹੋਵੇਗਾ। ਕਹਿੰਦੇ ਉਹਨੂੰ ਕੋਈ ਰੋਣ ਦੀ ਜ਼ਰੂਰਤ ਹੈ ਨਹੀਂ। ਖਸਮ ਮਰੇ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਰਖਵਾਰੇ ਕਾ ਹੋਏ ਬਨਾਸ, ਆਗੇ ਨਰਕ ਇਹਾਂ ਭੋਗ ਵਿਲਾਸ। ਮਾਇਆ ਦੇ ਪਿੱਛੇ ਅਰਬਾਂ ਕਰੋੜਾਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ। ਜਿਸ ਤਰ੍ਹਾਂ ਜ਼ਹਿਰ ਖਾਣ ਦੇ ਨਾਲ ਇਹ ਸਰੀਰਕ ਮੌਤ ਹੋ ਜਾਂਦੀ ਹੈ, ਇਸੇ ਤਰ੍ਹਾਂ ਮਨਮੁਖ ਨਿਤ ਜੰਮਦੇ ਨਿਤ ਮਰਦੇ ਹਰ ਜੂਨਾਂ ਦੇ ਵਿੱਚ ਭਟਕਦੇ ਹਨ। ਇਸ ਕਰਕੇ ਇਹ ਜ਼ਹਿਰ ਹੈ। ਵਿਖਿਆ ਕੈ ਧਨ ਸਦਾ ਦੁੱਖ ਹੋਏ। ਹੁਣ ਜੀਵਨ ਮਿਲਿਆ ਤੇ ਜ਼ਹਿਰ ਰੂਪੀ ਧਨ ਨੂੰ ਇਕੱਤਰ ਕੀਤਾ ਤੇ ਇਹਦਾ ਫਲ ਕੀ ਮਿਲਿਆ, ਸਜ਼ਾ ਕੀ ਮਿਲੀ? ਤੇ 84 ਲੱਖ ਜੂਨਾਂ। ਹੁਣ ਹਰ ਜੂਨ ਦੇ ਵਿੱਚ ਤੇ ਦੁੱਖ ਮਿਲ ਰਿਹਾ, ਗਰਭ ਦੇ ਵਿੱਚ ਜਾ ਰਿਹਾ, ਫਿਰ ਮੌਤ ਹੋ ਰਹੀ ਹੈ ਤੇ ਫਿਰ ਜਨਮ ਹੋ ਰਿਹਾ। ਸਦਾ ਹੀ ਦੁਖੀ ਉਹ ਜੀਵ ਰਹਿੰਦਾ ਜੋ ਪਰਮਾਤਮਾ ਪਰਮੇਸ਼ਰ ਸੱਚੇ ਧਨ ਤੋਂ ਹੀਣਾ ਹੈ ਤੇ ਖਾਲੀ ਹੈ। ਮਹਾਰਾਜ ਜੀ ਕਿਰਪਾ ਕਰਦੇ ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਤੇ ਇਸ ਧਨ ਨੇ ਵੀ ਰਹਿਣਾ ਨਹੀਂ ਇਹਦੇ ਕੋਲ। ਤੇ ਇਹ ਕਹੇ ਕਿ ਮੈਂ ਇੰਨਾ ਕੁ ਕਰੋੜਾਂ ਅਰਬਾਂ ਕਮਾ ਕਰਕੇ ਸ਼ਾਂਤੀ ਦੇ ਨਾਲ ਬਹਿ ਜਾਣਾ, ਫਿਰ ਤਾਂ ਚਿੰਤਾ ਵੱਧ ਸਕਦੀ ਆ। ਸ਼ਾਂਤ ਨਹੀਂ ਇਹ ਜੀਵ ਹੋ ਸਕਦਾ। ਤੇ ਜਿਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਆਇਆ ਸੀ, ਕੱਚਾ ਧਨ ਕਮਾਉਣ ਲੱਗ ਪਿਆ, ਉਸ ਦੇ ਮਗਰ ਪੈ ਗਿਆ ਤੇ ਉਹਦੀ ਪ੍ਰਾਪਤੀ ਵੀ ਨਾ ਹੋਈ, ਪਰਮੇਸ਼ਰ ਦੀ ਜੂਨਾਂ ਤੋਂ ਛੁਟਕਾਰਾ ਨਾ ਮਿਲਿਆ ਤੇ ਮਾਇਆ ਨੇ ਵੀ ਸਾਥ ਨਾ ਦਿੱਤਾ, ਕਿਉਂਕਿ ਤ੍ਰਿਪਤ ਨਾ ਹੋਇਆ, ਇਹ ਰੱਜਿਆ ਨਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ।
ਇਹ ਮਨੁੱਖ ਜਾਮਾ ਆਪ ਸੰਗਤਾਂ ਨੂੰ ਮਿਲਿਆ। ਤੁਸੀਂ ਗੁਰੂ ਨਾਨਕ ਦੇ ਦਰ ਘਰ ਪਹੁੰਚੇ ਹੋ, ਇਸ ਕਰਕੇ ਸਾਚਾ ਧਨ ਗੁਰਮਤੀ ਪਾਏ। ਸੱਚੇ ਧਨ ਨੂੰ ਕਮਾਉਣਾ ਕਰੋ, ਸੱਚੇ ਧਨ ਨੂੰ ਜਮ੍ਹਾਂ ਕਰੋ, ਤੁਹਾਡਾ ਲੋਕ ਪਰਲੋਕ ਸਵਾਰਿਆ ਜਾਏਗਾ। ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਊਹਾਂ ਨਾਮ। ਉੱਥੇ ਕੇਵਲ ਤੇ ਕੇਵਲ ਨਾਮ ਨੇ ਹੀ ਤੇਰੀ ਸਹਾਇਤਾ ਕਰਨੀ, ਕਿਉਂਕਿ ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਐ ਖੋਏ। ਸਭ ਕੁਝ ਖੋਇਆ ਜਾਣਾ, ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਾਗਾਤੀ ਲੂਟੈ। ਗੁਰਮੁਖੋ ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ। ਕਬੀਰ ਜੀ ਕਹਿੰਦੇ ਰਜੇਵਿਆਂ ਭਰੀ ਜ਼ਿੰਦਗੀ ਹੈ, ਥੋੜ੍ਹਾ ਜਿਹਾ ਸਮਾਂ ਕੱਢ ਕੇ ਚੌਂਕੜਾ ਮਾਰ ਕੇ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ, ਤੇਰਾ ਭਲਾ ਹੋ ਜਾਊਗਾ। ਕਬੀਰ ਏਕ ਘੜੀ ਆਦਿ ਘੜੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਤੇਤੋਂ ਲੇਖਾ ਕਿਸੇ ਨੇ ਨਹੀਂ ਪੁੱਛਣਾ। ਜਦੋਂ ਤੇਰੇ ਜੀਵਨ 'ਚ ਦੇਖਣਾ ਵੀ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਲਾ ਪ੍ਰਾਣੀ, ਸਤਸੰਗਤ ਦੇ ਵਿੱਚ ਬੈਠ ਕੇ ਕਥਾ ਕੀਰਤਨ ਗੁਰਬਾਣੀ ਸੁਣਨ ਵਾਲਾ, ਪਰਮਾਤਮਾ ਦੀ ਸਿਫਤ ਸਲਾਹ ਵਡਿਆਈ ਦੇ ਵਿੱਚ ਰੁਚੀ ਰੱਖਣ ਵਾਲਾ, ਪਰਮਾਤਮਾ ਦਾ ਡਰ ਅਤੇ ਭੈ ਮਨ ਦੇ ਵਿੱਚ ਰੱਖਣ ਵਾਲਾ, ਤੇਰਾ ਜਿਹੜਾ ਪਿਛਲੇ ਜਨਮਾਂ ਦਾ ਕੋਈ ਹਿਸਾਬ ਕਿਤਾਬ ਵੀ ਹੋਵੇਗਾ ਉਹ ਵੀ ਖਤਮ ਹੋ ਜਾਣਾ। ਕਿਉਂਕਿ ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਇਸ ਘੜੀ ਦਾ, ਇਸ ਪਲ ਦਾ ਇੰਨਾ ਮਹਾਤਮ ਹੈ। ਇਹ ਬਹੁਤ ਕੀਮਤੀ ਸਮਾਂ ਹੈ। ਅਸੀਂ ਜਾਣੀਏ ਜਾਂ ਨਾ ਜਾਣੀਏ, ਜੋ ਪਰਮਾਤਮਾ ਪਰਮੇਸ਼ਰ ਦੀ ਯਾਦ ਦੇ ਵਿੱਚ ਗੁਰਮੁਖ ਪਿਆਰਿਓ ਇਹ ਜੀਵ ਬੈਠਦਾ ਹੈ। ਭਾਈ ਗੁਰਦਾਸ ਜੀ ਦਾ ਬਚਨ ਆਉਂਦਾ ਨਾ, ਸੱਚੇ ਧਨ ਦੇ ਪ੍ਰਤੀ, ਪਰਮਾਤਮਾ ਦੀ ਸਿਫਤ ਸਲਾਹ ਤੇ ਵਡਿਆਈਆਂ ਦੇ ਪ੍ਰਤੀ, ਕਥਾ ਅਤੇ ਕੀਰਤਨ ਦੇ ਪ੍ਰਤੀ, ਉਹ ਕਹਿੰਦੇ ਲਖ ਉਪਮਾ ਉਪਮਾ ਕਰੈ, ਉਪਮਾ ਨਾ ਬਖਾਨੈ। ਕਹਿੰਦੇ ਜਿੰਨੀ ਮਰਜ਼ੀ ਵਡਿਆਈ ਕਰੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ, ਲਖ ਮਹਿਮਾ ਮਹਿਮਾ ਕਰੈ, ਮਹਿਮਾ ਹੈਰਾਨੈ। ਲਖ ਮਹਾਤਮ ਮਹਾਤਮਾ ਨਾ ਮਹਾਤਮ ਜਾਣੈ, ਲਖ ਉਸਤਤ ਉਸਤਤ ਕਰੇ, ਉਸਤਤ ਨਾ ਸਜਾਣੈ। ਆਦ ਪੁਰਖ ਆਦੇਸ਼ ਹੈ, ਮੈਂ ਮਾਣ ਨ ਮਾਣੇ। ਜਿੰਨੀ ਵਡਿਆਈ ਸਿਫਤ ਸਲਾਹ ਤੂੰ ਕਰਦਾ ਜਾਊਂਗਾ, ਤੁਰਦਾ ਜਾਊਂਗਾ, ਸਮਝਦਾ ਜਾਊਂਗਾ, ਕਹਿੰਦੇ ਉਨਾ ਹੀ ਤੂੰ ਨਿਮਰਤਾ ਭਾਵ ਦੇ ਵਿੱਚ ਜਾਊਂਗਾ। ਜਿਸ ਤਰ੍ਹਾਂ ਦਰਖਤ ਨੂੰ ਫਲ ਲੱਗਦਾ ਤੇ ਉਹ ਨਿਭ ਜਾਂਦਾ, ਉਹ ਉੱਪਰ ਨੂੰ ਨਹੀਂ ਜਾਂਦਾ ਆਕਾਸ਼ ਵੱਲ ਨੂੰ, ਉਹ ਧਰਤੀ ਵੱਲ ਨੂੰ ਲਿਫ ਜਾਂਦਾ, ਤਾਂ ਤੇ ਆਉਣ ਵਾਲੇ ਰਾਹੀ ਇਤ ਆਦਿਕ ਮਨੁੱਖ ਲੋੜਵੰਦ ਮੇਰੇ ਇਸ ਸਰੀਰ ਤੋਂ ਫਲ ਤੋੜ ਕਰਕੇ ਖਾ ਕੇ ਆਪਣੀ ਭੁੱਖ ਮਿਟਾ ਸਕਣ। ਇਸੇ ਤਰ੍ਹਾਂ ਗੁਰਸਿੱਖ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਨੇ ਬਣਾਇਆ ਵੇ ਆਪ ਜਪ ਹੈ ਅਵਰ ਹੈ ਨਾਮ ਜਪਾਵੈ। ਜਿਸ ਤਰ੍ਹਾਂ ਆਪ ਸ਼ਾਂਤੀ ਤੇ ਆਪ ਦੇ ਮਨ ਨੂੰ ਕਥਾ ਕੀਰਤਨ ਗੁਰਬਾਣੀ ਸਿਮਰਨ ਸੇਵਾ ਚੰਗਾ ਲੱਗਦਾ ਹੈ, ਵੇ ਸੇਵਾ ਸਿਮਰਨ ਹੀ ਇਸ ਜੀਵ ਦਾ ਪਾਰ ਉਤਾਰਾ ਕਰਨ ਦੇ ਵਾਸਤੇ ਹੈ। ਫਿਰ ਹਰ ਇੱਕ ਨੂੰ ਜੋ ਵੀ ਮਿਲਦਾ ਬੜੇ ਪਿਆਰ ਦੇ ਨਾਲ ਹੱਥ ਜੋੜਦਾ ਕਿ ਭਾਈ ਇਹ ਗੁਰ ਸੇਵਾ ਤੇ ਸੁਖ ਪਾਈਐ, ਹੋਰ ਥੈ ਸੁਖ ਨਾ ਭਾਲ। ਹੋਰ ਕਿਤਿਓਂ ਸੁਖ ਪ੍ਰਾਪਤ ਨਹੀਂ ਹੋਣਾ। ਸੁਖ ਤਾਂ ਕੇਵਲ ਤੇ ਕੇਵਲ ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਸਾਚਾ ਧਨ ਗੁਰਮਤੀ ਪਾਏ। ਕਹਿੰਦੇ ਜੋ ਨਾਮ ਦਾ ਧਨ ਹੈ ਇਹ ਗੁਰੂ ਦੇ ਚਰਨਾਂ ਚੋਂ, ਗੁਰੂ ਦੇ ਉਪਦੇਸ਼ ਤੋਂ, ਗੁਰੂ ਦੀ ਬਾਣੀ ਤੋਂ, ਗੁਰੂ ਦੀ ਕਿਰਪਾ ਤੋਂ, ਗੁਰੂ ਦੀ ਆਗਿਆ ਮੰਨ ਕੇ ਇਸ ਜੀਵ ਨੂੰ ਪ੍ਰਾਪਤ ਹੁੰਦਾ। ਕਾਚਾ ਧਨ ਹੁਣ ਆਵੈ ਜਾਏ। ਕਹਿੰਦੇ ਜਿਹੜਾ ਕੱਚਾ ਧਨ ਹੈ, ਜਿਸ ਧਨ ਨੂੰ ਕਮਾਉਣ ਵਾਸਤੇ ਸਾਰੀ ਦੁਨੀਆ ਹੀ ਗੁਰਮੁਖ ਪਿਆਰਿਓ ਪਾਗਲ ਹੋਈ ਫਿਰਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਤਾਂ ਹੱਥਾਂ ਦੀ ਮੈਲ ਹੈ, ਇਹ ਅੱਜ ਹੈ ਨਹੀਂ ਕੱਲ੍ਹ ਨੂੰ
ਕੱਲ੍ਹ ਨੂੰ ਹੋਣੀ ਨਹੀਂ। ਇਹ ਸਰੀਰ ਵੀ ਇੱਕ ਮਾਇਆ, ਪਰਿਵਾਰ ਵੀ ਇੱਕ ਮਾਇਆ, ਇਹ ਸੰਸਾਰ ਦੇ ਪਦਾਰਥ ਵੀ ਇੱਕ ਮਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਉਹ ਸਭ ਕੁਝ ਕੱਚਾ ਹੀ ਧਨ ਹੈ ਜੋ ਜੀਵ ਨੂੰ ਪਰਮਾਤਮਾ ਦੇ ਚਰਨਾਂ ਦੇ ਨਾਲੋਂ ਤੋੜ ਦਿੰਦਾ। ਪਰਮਾਤਮਾ ਦੀ ਯਾਦ, ਪਰਮਾਤਮਾ ਦਾ ਸਿਮਰਨ ਹਿਰਦੇ 'ਚੋਂ ਖੰਭ ਲਾ ਕਰਕੇ ਉਡਾ ਦਿੰਦਾ। ਜਦੋਂ ਅਸੀਂ ਇਸ ਸੰਸਾਰ ਦੇ ਨਾਲ ਮੋਹ ਮਮਤਾ ਦੀਆਂ ਜੰਜੀਰਾਂ 'ਚ ਵੱਜਦੇ ਹਾਂ, ਫਿਰ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋ ਯਾਦ ਹੈ, ਇਹ ਮੋਹ ਮਮਤਾ, ਹੰਗਤਾ, ਕਾਮ ਕ੍ਰੋਧ, ਲੋਭ ਮੋਹ ਹੰਕਾਰ, ਈਰਖਾ, ਦੂਈ ਦਵੈਸ਼, ਨਿੰਦਾ ਤੇ ਚੁਗਲੀ ਤੇ ਬਖੀਲੀ, ਉਸ ਹਿਰਦੇ ਦੇ ਵਿੱਚ ਜਿੱਥੇ ਹੈ ਉੱਥੇ ਪਰਮਾਤਮਾ ਦਾ ਸ਼ਬਦ, ਪਰਮਾਤਮਾ ਦਾ ਨਾਮ, ਪਰਮਾਤਮਾ ਦੇ ਪ੍ਰਤੀ ਸ਼ਰਧਾ ਨਹੀਂ ਗੁਰਮੁਖ ਪਿਆਰਿਓ ਉਸ ਹਿਰਦੇ 'ਚ ਬਣ ਸਕਦੀ। ਕਾਚਾ ਧਨ ਫੁਨ ਆਵੈ ਜਾਏ। ਜਨਮ ਮਿਲਿਆ, ਪਦਾਰਥ ਮਿਲੇ, ਫਿਰ ਮੌਤ ਹੋ ਗਈ, ਫਿਰ ਜਨਮ ਮਿਲਿਆ, ਫਿਰ ਇਹ ਮਾਇਆ ਦੇ ਵਿੱਚ ਰਿਹਾ, ਮੁੜ ਕੇ ਮਾਇਆ ਦੇ ਨਾਲ ਪਿਆਰ ਬਣਿਆ ਰਿਹਾ, ਮੁੜ ਕੇ ਫਿਰ ਜਨਮ ਹੋ ਗਿਆ। ਇਹ ਤਾਂ ਲੰਮੇ ਅਰਸੇ ਤੋਂ ਇਹ ਸਭ ਕੁਝ ਚੱਲ ਰਿਹਾ ਤੇਰਾ ਲੇਖਾ ਜੋਖਾ। ਇਹਦੇ ਵਿੱਚੋਂ ਨਿਕਲਣਾ ਤੇ ਕੇਵਲ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਪ੍ਰੀਤੀ ਹੈ। ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ, ਗੀਤ ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪਨੀਤ ਰਹਾਓ। ਵਿਸਰਾਮ ਦੇ ਕੇ ਗੁਰਦੇਵ ਜੀ ਕਰਦੇ ਕਿਰਪਾ। ਮਨਮੁਖ ਭੁੱਲੇ ਸਭ ਮਰਹਿ ਗਾਵਾਰ। ਮੂਰਖ ਦੀ ਜੋ ਗਾਵਾਰ ਦੀ ਨਿਸ਼ਾਨੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਇਸ ਪਾਵਨ ਪਵਿੱਤਰ ਪੰਕਤੀ ਦੇ ਵਿੱਚ ਵੀ ਉਹੀ ਦੱਸ ਰਿਹਾ ਵੀ ਜਿਹੜਾ ਜੀਵ ਪਰਮਾਤਮਾ ਦੇ ਰਸਤੇ ਨੂੰ ਭੁੱਲਿਆ ਹੋਇਆ, ਪਰਮਾਤਮਾ ਦੇ ਨਾਮ ਨੂੰ ਭੁੱਲਿਆ ਹੋਇਆ, ਪਰਮਾਤਮਾ ਦੇ ਪ੍ਰਤੀ ਕੋਈ ਸ਼ਰਧਾ ਨਹੀਂ, ਕੋਈ ਡਰ ਨਹੀਂ, ਕੋਈ ਭੈ ਨਹੀਂ, ਉਹ ਕੁਰਾਹੇ ਪਿਆ ਹੋਇਆ ਜੀਵ ਹੈ। ਸਭ ਮਰਹਿ ਗਾਵਾਰ। ਭਾਵੇਂ ਅਰਬਾਂ ਦੀ ਮੂਰਖਾਂ ਦੀ ਗਿਣਤੀ ਹੋਵੇ, ਖਰਬਾਂ ਦੀ ਹੋਵੇ, ਕਰੋੜਾਂ ਦੀ ਹੋਵੇ, ਲੱਖਾਂ ਦੀ ਹੋਵੇ, ਉਹਨਾਂ ਨੂੰ ਨਿਤ ਜੂਨਾਂ ਦੇ ਵਿੱਚ ਭਟਕਣਾ ਹੀ ਪਵੇਗਾ। ਉਹਨਾਂ ਦੇ ਗਲ ਦੇ ਵਿੱਚੋਂ ਇਹ ਜੂਨਾਂ ਦੀ ਫਾਹੀ ਕੱਟੀ ਨਹੀਂ ਜਾ ਸਕਦੀ, ਕਿਉਂਕਿ ਜੋ ਫਾਹੀ ਕੱਟ ਹੋਣੀ ਆ ਉਹ ਪਰਮਾਤਮਾ ਦੇ ਨਾਮ ਨੇ ਕੱਟਣੀ। ਗੁਰੂ ਦੀ ਕਿਰਪਾ, ਗੁਰਮਤਿ ਦਾ ਜੋ ਧਾਰਨੀ ਹੋਵੇਗਾ ਉਸ ਦੇ ਗਲੋਂ ਇਹ 84 ਲੱਖ ਜੂਨਾਂ ਦੀ ਫਾਹੀ ਕੱਟ ਹੋਣੀ। ਕਿੰਨੀ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਚਰਨ ਪੋਹਲ ਨੂੰ ਖੰਡੇ ਦੀ ਪੋਹਲ 'ਚ ਤਬਦੀਲ ਕਰਕੇ ਪੂਰੇ ਸੰਸਾਰ ਨੂੰ ਇਸ ਦਾਤ ਲੈਣ ਵਾਸਤੇ ਸਾਂਝਾ ਉਪਦੇਸ਼ ਬਖਸ਼ਤਾ ਕਿ ਭਾਈ ਜੋ ਕਰੋੜਾਂ ਜਨਮਾਂ ਤੋਂ ਜੀਵ ਭਟਕ ਰਿਹਾ, ਖੰਡੇ ਵਾਟੇ ਦੀ ਪੌਹਲ ਲੈ ਕੇ ਗੁਰੂ ਵਾਲੇ ਬਣ ਕੇ ਰਹਿਤਾਂ 'ਚ ਪਰਪੱਕ ਕਰਹਿਤਾਂ ਤੋਂ ਬਚ ਕੇ, ਕਿਉਂਕਿ ਆਉਣ ਵਾਲੇ ਦਿਨਾਂ 'ਚ ਖਾਲਸਾ ਜੀ ਦਾ ਇਹ ਸਿਰਜਣਾ ਦਿਵਸ ਪੂਰੇ ਸੰਸਾਰ ਭਰ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਜਗਤ ਮਨਾ ਰਿਹਾ। ਕਿੱਡੀ ਵੱਡੀ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਜੀਵ ਦੀ 84 ਕੱਟਣ ਵਾਸਤੇ। ਤੇ ਭਵਜਲ ਡੂਬੇ ਨਾ ਉਰਵਾਰ ਨਾ ਪਾਰ। ਉਰਾਰ ਦਾ ਪਾਸਾ ਗਿਆਨ ਤੇ ਪਾਰ ਦਾ ਪਾਸਾ ਜੋ ਮੁਕਤੀ ਹੈ, ਮੋਖ ਮੁਕਤੀ ਨੂੰ ਪ੍ਰਾਪਤ ਹੋਣਾ। ਕਹਿੰਦੇ ਦੋਨੋਂ ਕੁਝ ਇਸ ਮੂਰਖ ਨੂੰ ਮਿਲੇ ਨਹੀਂ। ਮੱਝਧਾਰ ਹੀ ਭਵ ਸਾਗਰ ਦੇ ਵਿੱਚ ਇਹ ਗੋਤੇ ਖਾ ਰਿਹਾ, ਕਿਉਂਕਿ ਗਿਆਨ ਪ੍ਰਾਪਤ ਹੋਣਾ ਸੀ ਗੁਰੂ ਤੋਂ, ਤੇ ਗਿਆਨ ਕਰਕੇ ਫਿਰ ਮੁਕਤ ਨੂੰ ਪ੍ਰਾਪਤ ਹੋਣਾ ਸੀ, ਮੋਖ ਪਦ ਵੀ ਪ੍ਰਾਪਤ ਕਰਨੀ ਸੀ। ਗਿਆਨ ਨੂੰ ਕਮਾ ਕਰਕੇ, ਗਿਆਨ ਨੂੰ ਧਾਰਨ ਕਰਕੇ ਸਤਿਗੁਰ ਭੇਟੇ ਪੂਰੈ ਭਾਗ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਇਹ ਪੂਰਨ ਤੇ ਸੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਇਹਦੇ ਵਿੱਚ ਆਪਣੀ ਸਿਆਣਪ ਨਾ ਸਮਝਣਾ ਤੇ ਆਪਣੀ ਚਤੁਰਾਈ ਨਾ ਸਮਝਣਾ ਕਿ ਮੈਂ ਐਸਾ ਨਿਯਮ ਬਣਾਇਆ ਤੇ ਫਿਰ ਫਲ ਤੋਂ ਖਾਲੀ ਰਹਿ ਜਾਓਗੇ। ਜੇ ਸ਼ੁਕਰਾਨਾ ਕਰਦੇ ਜਾਓਗੇ ਅਕਾਲ ਪੁਰਖ ਪਰਮਾਤਮਾ ਗੁਰਦੇਵ ਜੀ ਦਾ, ਇਹ ਮਹਾਰਾਜ ਜੀ ਆਪ ਜੀ ਉਦਮ ਬਖਸ਼ਦੇ ਹੋ।
ये आप जी ने मेरे गरीब ते किरपा की, मेरी झोली च ये समा पाया। मैं शरधा भावना दे नाल आप जी दी जाद सिमरन कथा कीर्तन दर्शन ददारे ते चरना च हाजरी भर रहा हाँ। सतगुर भेटे पूरै भाग, साच रते अहनस बैराग। ਜਿਹੜੇ नाम ते गुरु दे चरना दे नाल जुड़े हुए गुरमुख प्यारिओ, जिन्हां नूं ज्ञान प्राप्त है, वो दिन रात अठे पहर एक तै लिवै, मन्नेन हुक्म अपार। ताही गुरसिख प्रसादा लंगर छकण वेले भी परमात्मा दा शुकराना, लंगर बनाउण लगे भी सतनाम वाहिगुरू दा जाप। जदों ये जांदा दसां नौहां दी किरत वास्ते फिर भी अरदास बेनती। किसी भी कारज की आरंभता, कोई भी दुख वेले सुख वेले ये परमात्मा दे चरनां दा ओट आसरा लैंदा। हर वक्त इहदे हिरदे च बैराग उपराम वाली बिरती रहिंदी है। अकाल पुरख परमात्मा परमेश्वर दे चरनां दे प्रति इहदी शरधा, दृढ़ नेचा, भरोसा ते विश्वास बनिया रहिंदा है। जाकै हृदय विश्वास प्रभ आया, ते जिन्हां दे हिरदे च पूर्ण भरोसा परमात्मा परमेश्वर वाहिगुरू जी दे प्रति ते उस ते अकाल पुरख परमात्मा की कृपा हो जाती है। चौहो जुग मह अमृत साची बाणी, जुगा जगांतरां तो जो सच्ची बाणी है परमात्मा परमेश्वर की, ये बाणी जीवां दा पार उतारा कर रही है। जुगो जुग आपो अपना धर्म है, सोध देखो वेद पुराना। जत संजम तीर्थ उन्हां जुगां का धर्म है, कल मैं कीर्त हर नामा, पूरे भाग हर नाम समाणी। कहते नाम की प्राप्ति, नाम का रंग, रोम रोम दे विच परमेश्वर का जो सिमरन चल पैना, ये तो बहुत बड़ी किरपा ते बड़े भाग होण जिस जीव ते उसनूं ऐसी अवस्था प्राप्त हुंदी है। नहीं तां सिद्ध साधक तरसै सब लोए। कहते बड़े बड़े तपीसरी सिद्ध साधक ऐसी अवस्था नूं परमात्मा दे मिलाप नूं नाम दी दात नूं तरस रहे हन, पर पूरे भाग प्राप्त होए। गुरु की जिन्हां ते बख्शिश हो जाती है, उन्होंने पे ये दात प्राप्त हो जाती है। हुण अखीरले बचनां च गुरु अमरदास महाराज जी कृपा करदे, गुरमुखो सब किछ साचा, ये सब ब्रह्म ही ब्रह्म है। जदों जीव नूं ज्ञान हो जाता, साचा है सोए। अकाल पुरख परमात्मा कण कण ते विच घट घट दे विच रमिया होया, तुझ बिन दूजा नाही कोय, तू करतार करहै सो होए। पर उत्तम ब्रह्म पछाणै कोय, है वो जर्रे जर्रे च मौजूद है। पर ऐसे पवित्र ब्रह्म की पहचान कोई बिरली रूह ही करती है, जिस दी नाम सिमन भगती बंदगी की कमाई ते गुरु की पूरी बख्शिश होवे। सच साचा सच आप दरड़ाए, सच का खजाने का मालक परमात्मा आप है। जपाउण वाला, हाजरी भराउण वाला, मन की एकाग्रता भगती बंदगी ते समाधि इस्तित करन वाला परमात्मा ही है, जिस ते कृपा कर दिंदा। नानक आपे वेखै आपे सच लाए, हर एक दे अंदर बाहर नूं देख रहा, वो जानी जान है। अकाल पुरख परमात्मा जिहदे अंदर पूरी तड़प भुख प्यास है, उसनूं ऐसी अवस्था जो उपलब्ध प्राप्त करवा दिंदे हन। अकाल पुरख परमात्मा परमेश्वर सच्चे सतगुरु जी, होइयां गलतियां दी खिमा, सब किछ साचा साचा है सोए। उत्तम ब्रह्म पछाणै कोय, सच साचा सच आप दरड़ाए। नानक आपे वेखै आपे सच लाए। वाहिगुरु जी का खालसा, वाहिगुरु जी की फतेह।